प्रोग्राम खास खबर देख रहे दर्शकों का स्वागत। मैं कमलजीत सिद्धू ਤੇ ਤੁਸੀਂ देख रहे हो वन वे टीवी। 3 जून ਦਾ ਦਿਨ ਇਤਿਹਾਸ ਵਿੱਚ ਉਹ ਕਾਲਾ ਦਿਨ ਹੈ ਜਿਸ ਦਿਨ ਕਰੋੜਾਂ ਲੋਕ ਜਿਹੜੇ ਸੀਗੇ ਆਪਣੇ ਘਰੋਂ ਬੇਘਰ ਹੋਏ ਸੀ, ਲੱਖਾਂ ਲੋਕ ਮਾਰੇ ਗਏ ਸੀਗੇ ਤੇ 1 ਲੱਖ ਦੇ ਕਰੀਬ ਜਿਹੜੀਆਂ ਔਰਤਾਂ ਆ ਉਹ ਘਰਾਂ ਤੋਂ ਉਧਾੜ ਲੀਆਂ ਗਈਆਂ ਸਨ। ਉਹ ਪੱਟੇ ਰਾਸ ਨਹੀਂ ਆਏਗੇ। ਇਸ 3 ਜੂਨ ਦੇ ਕਾਲੇ ਦਿਨ ਦੇ ਇਤਿਹਾਸਕ ਫੈਸਲੇ ਨੇ ਸਾਨੂੰ ਕਿਹੜੇ ਰਾਹ ਵਿਖਾ ਦਿੱਤੇ ਸਨ। 3 ਜੂਨ ਜਿਹਦਾ मैं जिक्र किया आ, ये वो इतिहासिक काला दिन है पंजाब लई, भारत लई ते उन्हां ਲੱਖਾਂ ਕਰੋੜਾਂ ਲੋਕਾਂ ਲਈ ਜਿਹੜੇ ਘੁੱਗ ਵਸਦੇ ਸਨ ਇਸ ਮੁਲਕ ਦੇ ਵਿੱਚ। ਅੰਗਰੇਜ਼ਾਂ ਨੇ ਉਹਨਾਂ ਦੇ ਨਾਲ ਇੰਨੀ ਧੱਕੇਸ਼ਾਹੀ ਕੀਤੀ ਕਿ ਇਸ ਦਾ ਖਮਿਆਜਾ ਜਿਹੜਾ ਆ ਉਸ ਦੇ ਜ਼ਖਮ ਹਜੇ ਤੱਕ ਰਿਸਦੇ ਆ। ਹਜੇ ਤੱਕ 47 ਦੇ ਪੱਟੇ ਅਸੀਂ ਤਾਬ ਨਹੀਂ ਆ ਸਕੇਗੇ। ਕਈਆਂ ਦੇ ਪੈਰ ਹੀ ਨਹੀਂ ਲੱਗੇ, ਸਾਰੀ ਉਮਰ ਵਿਲਕਦੇ ਮਰ ਗਏ, ਆਪਣੇ ਪਰਿਵਾਰ ਜਿਹੜੇ ਸੀ ਉਹਨਾਂ ਦੇ ਉਜੜੇ। ਇਹ ਕਾਲਾ ਦਿਨ ਉਸ ਦਿਨ ਦੀ ਯਾਦ ਕਰਾਉਂਦਾ ਆ। ਅਗਸਤ 1947 ਦਾ ਦੋਸਤੋ ਜਿਹੜਾ ਸਮਾਂ ਸੀ ਬੜਾ ਦਰਦਨਾਕ ਸੀ, ਜਦੋਂ ਆਪਣੇ ਪਰਿਵਾਰਾਂ ਦੇ ਵਿੱਚ ਘੁੱਗ ਵਸਦੇ 82 ਲੱਖ ਲੋਕਾਂ ਦੇ ਉੱਤੇ ਉਜਾੜੇ ਦੀ ਬਿਜਲੀ ਆ ਡਿੱਗੀ ਸੀ। ਲੋਕਾਂ ਨੂੰ ਆਪਣੇ ਘਰ-ਬਾਰ, ਜ਼ਮੀਨਾਂ, ਜਾਇਦਾਦਾਂ, ਮਾਲ ਡੰਗਰ ਅਤੇ ਕਾਰੋਬਾਰਾਂ ਨੂੰ ਛੱਡ ਕੇ ਸਰਹੱਦ ਪਾਰ ਕਰਨੀ ਪਈ ਸੀ। ਹੋਰ ਵੀ ਦੁੱਖ ਦੀ ਗੱਲ ਇਹ ਹੈ ਕਿ ਪਤਾ ਨਹੀਂ ਇਹਨਾਂ ਵਿਚਾਰੇ ਲੱਖਾਂ ਲੋਕਾਂ ਨੇ ਜਾਣਾ ਕਿੱਥੇ ਆ, ਰਹਿਣਾ ਕਿੱਥੇ ਆ ਅਤੇ ਕੁੱਛੜ ਚੁੱਕੇ ਭੁੱਖਣ ਭਾਣੇ ਨਿੱਕੇ ਨਿੱਕੇ ਨਿਆਣਿਆਂ ਦਾ ਢਿੱਡ ਭਰਨ ਲਈ ਕੁਝ ਮਿਲੂਗਾ ਵੀ ਜਾਂ ਨਹੀਂ। ਉੱਪਰੋਂ ਇਹ ਵੀ ਪਤਾ ਨਹੀਂ ਕਿ ਕਦੋਂ ਕੋਈ ਹਮਲਾਵਰ ਲੋਟੂ ਟੋਲਾ ਹਮਲਾ ਕਰ ਦੇਵੇ, ਲੁੱਟ ਪੁੱਟ ਲਵੇ ਅਤੇ ਪਰਿਵਾਰਕ ਮੁਖੀਆਂ ਦੇ ਕਤਲ ਕਰ ਦੇਵੇ। ਇਹ ਬਹੁਤ ਨਾਜ਼ੁਕ ਦੌਰ ਸੀਗਾ ਔਰ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਨੂੰਹਾਂ ਧੀਆਂ ਸੁਰੱਖਿਅਤ ਨਹੀਂ ਸਨ। ਲੋਕਾਂ ਨੂੰ ਡਰ ਸੀ ਕਿ ਪਤਾ ਨਹੀਂ ਕਦੋਂ ਕੋਈ ਧਰੂ ਕੇ ਲੈ ਜਾਵੇ। ਇੱਕ ਪਾਸੇ ਮੁਲਕ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ, ਪਰ ਦੂਜੇ ਪਾਸੇ ਘੁੱਗ ਵਸਦਾ ਪੰਜਾਬ ਵੰਡ ਦੀ ਖੂਨੀ ਲਕੀਰ ਨਾਲ ਤੜਪ ਰਿਹਾ ਸੀ। ਇਸ ਹੌਲਨਾਕ ਵੰਡ ਦੇ ਨਾਲ 38 ਲੱਖ ਹਿੰਦੂ ਸਿੱਖ ਲੋਕ ਘਰ-ਬਾਰ ਛੱਡ ਕੇ ਇੱਧਰ ਪੂਰਬੀ ਪੰਜਾਬ ਵੱਲ ਆ ਰਹੇ ਸਨ ਅਤੇ ਇੱਧਰ ਵਸਦੇ 44 ਲੱਖ ਮੁਸਲਮਾਨ ਪੱਛਮੀ ਪੰਜਾਬ ਪਾਕਿਸਤਾਨ ਵੱਲ ਜਾ ਰਹੇ ਸਨ। ਹਿੰਦੂ ਸਿੱਖ ਪਰਿਵਾਰ ਪੱਛਮੀ ਪੰਜਾਬ ਵਿੱਚ 67 ਲੱਖ ਏਕੜ ਜ਼ਮੀਨ ਛੱਡ ਕੇ ਆਏ ਸਨ। ਨੁਕਸਾਨ ਦੇਖੋ ਕੀ ਹੋਇਆ। ਤੇ ਇੱਧਰਲੇ ਪੰਜਾਬ ਦੇ ਵਿੱਚ ਮੁਸਲਮਾਨ 47 ਲੱਖ ਏਕੜ ਜ਼ਮੀਨ ਛੱਡ ਕੇ ਗਏ। 47 ਦੀ ਕਤਲੋ-ਗਰਤ ਵਿੱਚ ਮਾਰੇ ਗਏ ਪੰਜਾਬੀਆਂ ਦੀ ਵੈਸੇ ਸਹੀ ਗਿਣਤੀ ਨਹੀਂ ਮਿਲਦੀ। ਅੰਦਾਜ਼ੇ ਮੁਤਾਬਕ 10 ਲੱਖ ਯਾਨੀ ਕਿ 1 ਮਿਲੀਅਨ ਤੱਕ ਪਹੁੰਚਦੇ ਆ ਇਕੱਲੇ ਪੰਜਾਬੀ। ਘੱਟੋ ਘੱਟ 90 ਲੱਖ ਤੋਂ 1 ਕਰੋੜ ਲੋਕਾਂ ਨੇ ਘਰਾਂ ਤੋਂ ਉਜੜ ਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਸ਼ਰਨਾਰਥੀ ਬਣ ਕੇ ਮੁੜ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਧਾੜੀਆਂ ਗਈਆਂ ਔਰਤਾਂ ਦੀ ਗਿਣਤੀ ਵੀ 1 ਲੱਖ ਦੱਸੀ ਜਾਂਦੀ ਹੈ। 2 ਜੂਨ ਤੋਂ ਸ਼ੁਰੂਆਤ ਕਰਦੇ ਹਾਂ। 2 ਜੂਨ ਦੀ ਉਹ ਸਵੇਰ ਦਿੱਲੀ ਵਿੱਚ ਭਾਰਤ ਦੇ ਆਖਰੀ ਬ੍ਰਿਟਿਸ਼ ਗਵਰਨਰ ਜਨਰਲ ਮਾਊਂਟ ਬੈਟਨ ਦਾ ਸਟੱਡੀ ਰੂਮ ਹੈ। ਕਮਰੇ ਵਿੱਚ ਇੱਕ ਗੋਲ ਮੇਜ਼ ਹੈ। ਮਾਊਂਟ ਬੈਟਨ ਦੇ ਨਾਲ ਮੇਜ਼ ਤੇ 7 ਹੋਰ ਲੋਕ ਬੈਠੇ ਨੇ। ਕਾਂਗਰਸ ਤੋਂ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ, ਆਚਾਰੀਆ ਕਿਰਪਲਾਨੀ, ਮੁਸਲਿਮ ਲੀਗ ਤੋਂ ਮੁਹੰਮਦ ਅਲੀ ਜਿਨਾਹ, ਲਿਆਕਤ ਅਲੀ ਖਾਨ ਅਤੇ ਰੱਬ ਨਿਸਤਾਰ ਅਤੇ ਸਿੱਖਾਂ ਦੀ ਨੁਮਾਇੰਦਗੀ ਕਰ ਰਹੇ ਨੇ ਬਲਦੇਵ ਸਿੰਘ। ਇੱਕ ਦਸਤਾਵੇਜ਼ ਜਿਹੜਾ ਸੀ ਉਹ ਸਾਰਿਆਂ ਦੇ ਸਾਹਮਣੇ ਰੱਖਿਆ ਗਿਆ। ਇਹ ਭਾਰਤ ਪਾਕਿਸਤਾਨ ਦੀ ਵੰਡ ਦੀ ਯੋਜਨਾ ਸੀਗੀ। ਮਾਊਂਟ ਬੈਟਨ ਨੇ ਕਿਹਾ ਕਿ ਜੈਂਟਲਮੈਨ, ਅੱਜ ਅੱਧੀ ਰਾਤ ਤੱਕ ਮੈਂ ਇਸ ਯੋਜਨਾ ਉੱਤੇ ਤੁਹਾਡਾ ਪੱਖ ਜਾਣਨਾ ਚਾਹੂੰਗਾ। ਜਿਨਾਹ 2 ਜੂਨ ਦੀ ਰਾਤ ਨੂੰ ਮਾਊਂਟ ਬੈਟਨ ਕੋਲੇ ਪਹੁੰਚਿਆ ਤੇ ਕਿਹਾ ਕਿ ਉਹ ਕੱਲ੍ਹ ਤੱਕ ਮੁਸਲਿਮ ਲੀਗ ਦਾ ਫੈਸਲਾ ਨਹੀਂ ਦੱਸ ਸਕਦਾ। ਕਾਰਨ ਇਹ ਸੀ ਕਿ ਜਦੋਂ ਤੱਕ ਇਹ ਯੋਜਨਾ ਮੁਸਲਿਮ ਲੀਗ ਕੌਂਸਲ ਦੁਆਰਾ ਪਾਸ ਨਹੀਂ ਕੀਤੀ ਜਾਂਦੀ, ਜਿਨ੍ਹਾਂ ਕੋਈ ਫੈਸਲਾ ਨਹੀਂ ਲੈ ਸਕਦੇ ਸੀ। ਲੀਗ ਦੇ ਮੈਂਬਰਾਂ ਨੂੰ ਦਿੱਲੀ ਪਹੁੰਚਣ ਵਿੱਚ ਘੱਟੋ ਘੱਟ 1 ਹਫ਼ਤਾ ਲੱਗੇਗਾ। ਇਸ ਉੱਤੇ ਮਾਊਂਟ ਬੈਟਨ ਨੇ ਗੁੱਸੇ ਵਿੱਚ ਆ ਕੇ ਕਿਹਾ, ਮੈਨੂੰ ਪਤਾ ਹੈ ਕਿ ਮੁਸਲਿਮ ਲੀਗ ਵਿੱਚ ਕੌਣ ਕੀ ਹੈ ਤੇ ਕੌਣ ਫੈਸਲੇ ਲੈਂਦਾ ਹੈ। ਜੇਕਰ ਮੈਂ ਕੱਲ੍ਹ ਕਹਾਂਗਾ ਤਾਂ ਜੇਕਰ ਤੁਸੀਂ ਹਾਂ ਨਹੀਂ ਕਰਦੇ ਤਾਂ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਕੋਈ ਪਾਕਿਸਤਾਨ ਨਹੀਂ ਮਿਲੇਗਾ, ਤੁਸੀਂ ਨਰਕ ਵਿੱਚ ਜਾ ਸਕਦੇ ਹੋ। ਮਾਊਂਟ ਬੈਟਨ ਗੋਲ ਮੇਜ਼ ਦੇ ਕੇਂਦਰ ਵਿੱਚ ਜਨਾਬ ਲਿਆਕਤ ਅਲੀ ਖਾਨ ਅਤੇ ਰੱਬ ਨਿਸਤਾਰ ਉਸ ਦੇ ਖੱਬੇ ਪਾਸੇ ਬੈਠੇ ਨੇ ਤੇ ਇਸ ਤਰੀਕੇ ਇਹ ਸਾਰਾ ਜਿਹੜਾ ਟੋਲਾ ਸੀਗਾ 7 ਜਣਿਆਂ ਦਾ ਉੱਥੇ ਬੈਠਾ ਆ ਤੇ ਉੱਥੇ ਗੱਲਬਾਤ ਕਰ ਰਹੇ ਨੇ।
ਗੱਲ ਕਰਦੇ ਹਾਂ ਉਸ ਤੋਂ ਅਗਲੇ ਦਿਨ ਦੀ 3 ਜੂਨ 1947 ਦੀ ਸਵੇਰ ਇੱਕ ਵਾਰੀ ਫੇਰ ਉਹੀ 7 ਲੋਕ ਮਾਊਂਟ ਬੈਟਨ ਦੇ ਕੋਲ ਬੈਠੇ ਨੇ। ਬ੍ਰਿਟਿਸ਼ ਭਾਰਤ ਦੀ ਵੰਡ ਯੋਜਨਾ ਨੂੰ ਰਸਮੀ ਤੌਰ ਤੇ ਮਨਜ਼ੂਰੀ ਦੇਣ ਦੀ ਜਿਹੜੀ ਪ੍ਰਕਿਰਿਆ ਆ, ਜਿਹੜਾ ਕਾਰਜ ਆ, ਉਹ ਸ਼ੁਰੂ ਹੋ ਚੁੱਕਿਆ ਆ। ਮਾਊਂਟ ਬੈਟਨ ਨੇ ਕਾਂਗਰਸ ਅਤੇ ਸਿੱਖ ਨੁਮਾਇੰਦਿਆਂ ਵੱਲ ਦੇਖਿਆ ਤੇ ਉਹਨਾਂ ਦੇ ਪਾਸਿਓਂ ਹਾਂ ਪੱਖੀ ਜਵਾਬ ਦਿੱਤਾ। ਹੁਣ ਮਾਊਂਟ ਬੈਟਨ ਦੇ ਖੱਬੇ ਪਾਸੇ ਬੈਠੇ ਜਿਨਾਹ ਦੀ ਵਾਰੀ ਸੀ ਤੇ ਜਿਨਾਹ ਨੇ ਕੁਝ ਸਕਿੰਟ ਲਾਏ ਅਤੇ ਹੌਲੀ-ਹੌਲੀ ਹਾਂ ਵਿੱਚ ਸਿਰ ਹਿਲਾ ਦਿੱਤਾ। ਕੁਝ ਹੀ ਮਿੰਟਾਂ ਵਿੱਚ 34 ਕਰੋੜ ਲੋਕਾਂ ਦੀ ਕਿਸਮਤ ਦਾ ਫੈਸਲਾ ਹੋ ਗਿਆ। ਹਾਲਾਂਕਿ ਇਸ ਸਹਿਮਤੀ ਬਣਨ ਤੋਂ ਪਹਿਲਾਂ ਸ਼ਿਮਲਾ, ਦਿੱਲੀ ਅਤੇ ਲੰਡਨ ਵਿੱਚ ਬਹੁਤ ਕੁਝ ਹੋਇਆ ਸੀਗਾ। ਸ਼ਿਮਲੇ ਦੇ ਵਿੱਚ ਲਾਰਡ ਮਾਊਂਟ ਬੈਟਨ ਅਕਸਰ ਕਿਆਮ ਕਰਦਾ ਹੁੰਦਾ ਸੀਗਾ ਤੇ ਉੱਥੇ ਹੀ ਉਹ ਆਪਣੀਆਂ ਜਿਹੜੇ ਸੀਗੇ ਬਹੁਤ ਸਮਾਂ ਬਿਤਾਉਂਦਾ ਹੁੰਦਾ ਸੀਗਾ। ਅਤੇ ਮਾਊਂਟ ਬੈਟਨ ਸਮੇਤ ਜਿਹੜੇ ਅੰਗਰੇਜ਼ ਸੀ ਉਹਨਾਂ ਦਿਨਾਂ ਵਿੱਚ ਸ਼ਿਮਲੇ ਦੀਆਂ ਪਹਾੜੀਆਂ ਦੇ ਉੱਤੇ ਜਿਹੜੇ ਉਹਨਾਂ ਦੇ ਲਾਜ਼ ਬਣੇ ਹੋਏ ਸੀ, ਉੱਥੇ ਉਹ ਰਹਿਣ ਵਾਸਤੇ ਆ ਜਾਂਦੇ ਸੀਗੇ। ਉੱਥੇ ਜਿੱਥੇ ਭਾਰਤ ਦਾ ਹਰ ਗਵਰਨਰ ਜਨਰਲ 1864 ਤੋਂ 1947 ਤੱਕ ਰਿਹਾ ਕਰਦਾ ਸੀ। ਤਾਂ ਇਸ ਸਾਲ ਦਾ ਸ਼ਿਮਲਾ ਠਹਿਰਨਾ ਇਹਨਾਂ ਸਾਰਿਆਂ ਦਾ ਕੁਝ ਵੱਖਰਾ ਸੀਗਾ। ਭਾਰਤ ਦੇ ਆਖਰੀ ਬ੍ਰਿਟਿਸ਼ ਗਵਰਨਰ ਜਨਰਲ ਲਾਰਡ ਮਾਊਂਟ ਬੈਟਨ ਸ਼ਿਮਲੇ ਵਿੱਚ ਇਕੱਲੇ ਨਹੀਂ ਸੀ। ਉਹ ਅਤੇ ਉਸਦੀ ਪਤਨੀ ਇੱਕ ਭਾਰਤੀ ਮਹਿਮਾਨ ਜਵਾਹਰ ਲਾਲ ਨਹਿਰੂ ਦੇ ਨਾਲ ਸਨ। ਤੇ ਇੱਕ ਸਵੇਰ ਮਾਊਂਟ ਬੈਟਨ ਨੇ ਕਿਹਾ, ਕਿਉਂ ਨਾ ਹੁਣ ਨਹਿਰੂ ਨੂੰ ਵੰਡ ਦੀ ਯੋਜਨਾ ਦਿਖਾਓ, ਪਰ ਸਟਾਫ ਨੇ ਇਸ ਵਿਚਾਰ ਤੋਂ ਕਿਹਾ ਕਿ ਇਹ ਜਿਨਾਹ ਨਾਲ ਧੋਖਾ ਹੋਵੇਗਾ। ਜੇਕਰ ਉਹਨਾਂ ਨੂੰ ਇਸ ਬਾਰੇ ਪਤਾ ਚੱਲਦਾ ਤਾਂ ਉਹ ਇਸ ਗੱਲ ਤੇ ਵਾਪਸ ਜਾ ਸਕਦੇ ਨੇ ਕਿ ਉਹਨਾਂ ਨੇ ਇੰਨੀ ਮਿਹਨਤ ਤੋਂ ਬਾਅਦ ਜੋ ਸਹਿਮਤੀ ਦਿੱਤੀ ਹੈ। ਇਹ ਸੁਣ ਕੇ ਨਾ ਮਾਊਂਟ ਬੈਟਨ ਜਿਹੜਾ ਸੀ ਉਹ ਕਾਫੀ ਦੇਰ ਤੱਕ ਮੇਜ਼ ਨੂੰ ਆਪਣੀਆਂ ਉਂਗਲਾਂ ਨਾਲ ਕੁੱਟਦਾ ਰਿਹਾ। ਫਿਰ ਉੱਠਿਆ ਅਤੇ ਕਿਹਾ, ਮੈਨੂੰ ਮਾफ़ ਕਰਨਾ, ਤੁਹਾਡੀਆਂ ਗੱਲਾਂ ਬਿਲਕੁਲ ਸਹੀ ਨੇ, ਪਰ ਮੈਨੂੰ ਇਹ ਨਹਿਰੂ ਨੂੰ ਦੱਸਣ ਦਾ ਮਨ ਹੈ ਤੇ ਮੈਂ ਵੀ ਅਜਿਹਾ ਕਰਾਂਗਾ। ਉਸੇ ਰਾਤ ਮਾਊਂਟ ਬੈਟਨ ਨੇ ਨਹਿਰੂ ਨੂੰ ਸਟੱਡੀ ਰੂਮ ਵਿੱਚ ਵਾਈਨ ਲਈ ਬੁਲਾਇਆ। ਗੱਲਬਾਤ ਦੌਰਾਨ ਉਸਨੇ ਨਹਿਰੂ ਨੂੰ ਵੰਡ ਯੋਜਨਾ ਦੀ ਇੱਕ ਕਾਪੀ ਦਿੱਤੀ। ਉਸਨੇ ਆਪਣੇ ਬੈੱਡਰੂਮ ਵਿੱਚ ਲਿਜਾਣ ਅਤੇ ਆਰਾਮ ਨਾਲ ਪੜ੍ਹਨ ਲਈ ਕਿਹਾ। ਗੈਰ ਰਸਮੀ ਤੌਰ ਤੇ ਦੱਸੋ ਕਿ ਇਹ ਪੜ੍ਹ ਕੇ ਕਾਂਗਰਸ ਪਾਰਟੀ ਦਾ ਕੀ ਪ੍ਰਤੀਕਰਮ ਹੋਵੇਗਾ। ਇਹ ਗੱਲ ਨਹਿਰੂ ਨੂੰ ਉਸਨੇ ਕਹੀ। ਜਵਾਹਰ ਲਾਲ ਨਹਿਰੂ ਦਸਤਾਵੇਜ਼ ਲੈ ਕੇ ਕਮਰੇ 'ਚ ਆਇਆ। ਦਸਤਾਵੇਜ਼ ਦੇ ਹਰ ਪੰਨੇ ਨੂੰ ਧਿਆਨ ਨਾਲ ਪੜ੍ਹਨਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਕਿਸੇ ਦੇਸ਼ ਦਾ ਭਵਿੱਖ ਕੈਦ ਸੀ। ਜਿਵੇਂ ਜਿਵੇਂ ਉਹ ਪੜ੍ਹ ਰਿਹਾ ਸੀ ਕਿ ਉਹਦੀ ਬੇਚੈਨੀ ਵੱਧਦੀ ਜਾ ਰਹੀ ਸੀ। ਉਹਨਾਂ ਪੰਨਿਆਂ ਨੂੰ ਪੜ੍ਹ ਕੇ ਜਿਸ ਭਾਰਤ ਦੀ ਉਹ ਕਲਪਨਾ ਕਰ ਰਿਹਾ ਸੀ ਨਾ, ਉਹ ਇੱਕ ਸੁਪਨੇ ਵਾਂਗੂ ਸੀਗੇ। ਜਿਸ ਦੇਸ਼ ਭਾਰਤ ਨੂੰ ਉਹ ਸੋਚਦਾ ਸੀ ਉਸ ਦੇ ਸਾਹਮਣੇ ਉਹ ਕਈ ਟੁਕੜੇ ਹੁੰਦਾ ਨਜ਼ਰ ਆ ਰਿਹਾ ਸੀ। ਇੱਕ ਜਾਂ ਦੋ ਹਿੱਸਿਆਂ ਵਿੱਚ ਨਹੀਂ, ਸਗੋਂ ਕਈ ਹਿੱਸਿਆਂ ਵਿੱਚ। ਨਹਿਰੂ ਦਾ ਚਿਹਰਾ ਫਿੱਕਾ ਪੈ ਗਿਆ, ਗੁੱਸੇ ਨਾਲ ਕੰਬਣ ਲੱਗਿਆ ਤੇ ਉਹ ਸਿੱਧਾ ਭਰੋਸੇਮੰਦ ਰਿਸ਼ੀ ਕ੍ਰਿਸ਼ਨਾ ਮੈਨਨ ਦੇ ਕੋਲੇ ਪਹੁੰਚਿਆ। ਉਹ ਵੀ ਨਹਿਰੂ ਦੇ ਨਾਲ ਸ਼ਿਮਲੇ ਆਇਆ ਹੋਇਆ ਸੀਗਾ। ਖੁਸ਼ ਹੋਏ ਨਹਿਰੂ ਨੇ ਯੋਜਨਾ ਨੂੰ ਮੈਨਨ ਦੇ ਬਿਸਤਰੇ ਤੇ ਸੁੱਟ ਦਿੱਤਾ ਅਤੇ ਚੀਕਿਆ, ਇਹ ਸਭ ਖਤਮ ਹੋ ਗਿਆ ਹੈ। ਦਰਅਸਲ ਯੋਜਨਾ ਵਿੱਚ ਇਹ ਵਿਵਸਥਾ ਸੀ ਕਿ ਭਾਰਤ ਦੀਆਂ 565 ਰਿਆਸਤਾਂ ਜੇਕਰ ਚਾਹੁਣ ਤਾਂ ਆਜ਼ਾਦ ਰਹਿ ਸਕਦੀਆਂ ਨੇ ਅਤੇ ਉਸ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਨਹੀਂ ਗਿਆ। ਮਾਊਂਟ ਬੈਟਨ ਨੇ ਅਗਲੀ ਸਵੇਰ ਨਹਿਰੂ ਦੇ ਗੁੱਸੇ ਅਤੇ ਚਿੜ ਨੂੰ ਮਹਿਸੂਸ ਕੀਤਾ। ਜਿਸ ਯੋਜਨਾ ਬਾਰੇ ਵਾਇਸਰਾਏ ਨੂੰ ਇੰਨਾ ਯਕੀਨ ਸੀ ਕਿ ਉਹ ਅਚਾਨਕ ਉਸ ਨੂੰ ਟੁੱਟਦਾ ਦੇਖ ਸਕਦਾ ਸੀ। ਫਰੀडम ਐਂਡ ਮਿਡਨਾਈਟ ਕਿਤਾਬ ਵਿੱਚ ਮਾਊਂਟ ਬੈਟਨ ਲਿਖਦਾ ਹੈ, ਕਿਤਾਬ ਤੁਸੀਂ ਪੜ੍ਹ ਵੀ ਸਕਦੇ ਹੋ। ਫਰੀडम ਐਂਡ ਮਿਡਨਾਈਟ ਇੱਕ ਕਿਤਾਬ ਦਾ ਨਾਂ ਆ। ਨਹਿਰੂ ਦਾ ਪ੍ਰਤੀਕਰਮ ਮੇਰੇ ਲਈ ਬੰਬ ਧਮਾਕੇ ਵਰਗਾ ਸੀਗਾ। ਮੈਂ ਪਿਛਲੇ 6 ਹਫ਼ਤਿਆਂ ਤੋਂ ਕੀਤੀ ਸਾਰੀ ਮਿਹਨਤ ਮੇਰੀਆਂ ਅੱਖਾਂ ਅੱਗੇ ਤਾਸ਼ ਦੇ ਘਰ ਵਾਂਗੂ ਟੁੱਟ ਰਹੀ ਸੀ। ਨਹਿਰੂ ਦੀ ਨਾਰਾਜ਼ਗੀ ਤੋਂ ਬਾਅਦ ਮਾਊਂਟ ਬੈਟਨ ਨੇ ਐਲਾਨ ਕੀਤਾ ਕਿ ਅਗਲੇ 10 ਦਿਨਾਂ ਦੇ ਵਿੱਚ ਉਹ ਭਾਰਤ ਦੀ ਸਮੱਸਿਆ ਦਾ ਹੱਲ ਦੁਨੀਆ ਦੇ ਸਾਹਮਣੇ ਪੇਸ਼ ਕਰਨਗੇ। ਪਰ ਇਹ ਕਹਿੰਦੇ ਹੋਏ ਉਸਨੇ ਮਹਿਸੂਸ ਕੀਤਾ ਕਿ ਅਸਲ ਵਿੱਚ ਉਸ ਕੋਲ ਹੁਣ ਕੋਈ ਹੱਲ ਨਹੀਂ ਸੀ। ਇਹ ਉਹੀ ਸਮਾਂ ਸੀ ਜਦੋਂ ਮਾਊਂਟ ਬੈਟਨ ਦੀ ਯੋਜਨਾ ਵੀ ਲੰਡਨ ਤੱਕ ਪਹੁੰਚ ਚੁੱਕੀ ਸੀ, ਜਿਸ ਯੋਜਨਾ ਬਾਰੇ ਨਹਿਰੂ ਨੂੰ ਗੁੱਸਾ ਆਇਆ ਸੀਗਾ। ਉਸ ਬਾਰੇ ਬ੍ਰਿਟਿਸ਼ ਮੰਡਲ ਵਿੱਚ ਚਰਚਾ ਹੋ ਰਹੀ ਸੀ। ਇਸ ਯੋਜਨਾ ਨੂੰ ਭੇਜਣ ਲਈ ਮਾਊਂਟ ਬੈਟਨ ਨੇ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਕਲੈਮੈਂਟ ਐਂਟਲੀ ਨੂੰ ਪੱਤਰ ਲਿਖ ਕੇ ਭਰੋਸਾ ਦਿਵਾਇਆ ਸੀ ਕਿ ਇਸ ਨੂੰ ਭਾਰਤ ਵਿੱਚ ਵੀ ਸਵੀਕਾਰ ਕੀਤਾ ਜਾਵੇਗਾ। ਮਈ 1947 ਦੀ ਜ਼ਿਕਰ ਕਰਦਾ ਹੈ ਕਿ ਇੱਕ ਅੰਗਰੇਜ਼ ਰਿਆਸਤਾਂ ਨੂੰ ਆਜ਼ਾਦ ਰੱਖਣ ਦੀ ਅਰਜ਼ੀ ਲੈ ਕੇ ਲੰਡਨ ਪਹੁੰਚਿਆ। ਦਿੱਲੀ ਦਾ ਸਾਰਾ ਕੰਮ ਇਸ ਸਮੇਂ ਗਰਮੀਆਂ ਦੀ ਰਾਜਧਾਨੀ ਸ਼ਿਮਲਾ ਤੋਂ ਹੋ ਰਿਹਾ ਸੀ, ਪਰ ਦਿੱਲੀ ਤੋਂ 250 ਕਿਲੋਮੀਟਰ ਦੂਰ ਪਟਿਆਲੇ ਵਿੱਚ ਹਲਚਲ ਮਚ ਗਈ ਅਤੇ ਇਸ ਦੀਆਂ ਤਾਰਾਂ ਸਿੱਧੇ ਮਾਊਂਟ ਬੈਟਨ ਦੀ ਯੋਜਨਾ ਨਾਲ ਜੁੜੀਆਂ ਹੋਈਆਂ ਸਨ। ਯਾਦਵਿੰਦਰ ਸਿੰਘ ਪਟਿਆਲੇ ਦਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ
ਫਾਦਰ ਸੀਗਾ। ਉਹ ਚੈਂਬਰ ਆਫ ਇੰਡੀਅਨ ਪ੍ਰਿੰਸਸ ਦਾ ਚਾਂਸਲਰ ਸੀ ਤੇ 1920 ਵਿੱਚ ਇਸ ਨੂੰ ਕਿੰਗ ਜਾਰਜ ਪੰਜਵੇਂ ਨੇ ਭਾਰਤ ਦੇ ਰਾਜ ਵੰਸ਼ਾਂ ਨੂੰ ਬ੍ਰਿਟਿਸ਼ ਸਰਕਾਰ ਤੱਕ ਪਹੁੰਚਾਉਣ ਲਈ ਬਣਾਇਆ ਸੀ। ਇਸ ਕੋਠੜੀ ਵਿੱਚ 565 ਮਹਾਰਾਜੇ ਅਤੇ ਨਵਾਬ ਸਨ ਤੇ ਹੁਣ ਜਦੋਂ ਅੰਗਰੇਜ਼ ਭਾਰਤ ਛੱਡਣ ਵਾਲੇ ਸਨ ਤਾਂ ਇਹਨਾਂ ਰਾਜਿਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਗਈ। ਮਈ ਦੀ ਇੱਕ ਸਵੇਰ ਨੂੰ ਯਾਦਵਿੰਦਰ ਸਿੰਘ ਨੂੰ ਪਤਾ ਲੱਗਾ ਕਿ ਜਿਸ ਬਾਰੇ ਮਾਊਂਟ ਬੈਟਨ ਨੂੰ ਪਤਾ ਨਹੀਂ, ਚੈਂਬਰ ਆਫ ਇੰਡੀਅਨ ਪ੍ਰਿੰਸਸ 'ਚ ਜਦੋਂ ਇਸ ਮਾਮਲੇ ਤੇ ਚਰਚਾ ਹੋਈ ਤਾਂ ਉੱਥੇ ਵੀ ਸਾਰਿਆਂ ਦੇ ਮੱਥੇ ਟੇਕ ਗਏ। ਦਰਅਸਲ ਭਾਰਤ ਤੋਂ ਲਗਭਗ 10,000 ਕਿਲੋਮੀਟਰ ਦੀ ਦੂਰੀ ਤੇ ਇੱਕ ਆਦਮੀ ਭਾਰਤ ਦੇ ਸਾਰੇ ਰਾਜਕੁਮਾਰਾਂ ਦੀ ਤਰਫੋਂ ਬੇਨਤੀ ਕਰਨ ਲਈ ਲੰਡਨ ਗਿਆ ਸੀ। ਬੇਨਤੀ ਸੀ ਕਿ ਆਜ਼ਾਦੀ ਤੋਂ ਬਾਅਦ ਰਿਆਸਤਾਂ ਨੂੰ ਭਾਰਤ ਵਿੱਚ ਨਾ ਮਿਲਾਇਆ ਜਾਵੇ। ਅਜਿਹਾ ਕਰਨ ਵਾਲਾ ਵਿਅਕਤੀ ਭਾਰਤੀ ਨਹੀਂ ਸਗੋਂ ਅੰਗਰੇਜ਼ ਸੀ ਤੇ ਨਾ ਸੀ ਕੋਨਰਾਡ ਕੋਰਫੀਲਡ। ਇਹ ਸਭ ਉਹ ਲੰਡਨ ਵਿੱਚ ਮਾਊਂਟ ਬੈਟਨ ਨੂੰ ਦੱਸੇ ਬਿਨਾਂ ਕਰ ਰਿਹਾ ਸੀ। ਪਰ ਸਵਾਲ ਇਹ ਪੈਦਾ ਹੁੰਦਾ ਸੀ ਕਿ ਇੱਕ ਅੰਗਰੇਜ਼ ਹੋਣ ਦੇ ਨਾਤੇ ਉਹ ਭਾਰਤ ਦੇ ਰਾਜਿਆਂ ਲਈ ਅਜਿਹਾ ਕਿਉਂ ਕਰ ਰਿਹਾ ਸੀ। ਇਸ ਦਾ ਜਵਾਬ ਕੋਨਰਾਡ ਦੀ ਕਿਤਾਬ ਵਿੱਚ ਪਾਇਆ ਜਾਂਦਾ ਹੈ ਤੇ ਸ਼ੁਰੂ ਤੋਂ ਹੀ ਇਸ ਨੇ ਭਾਰਤ ਦੀਆਂ ਰਿਆਸਤਾਂ ਨਾਲ ਕੰਮ ਕੀਤਾ। ਇਸ ਲਈ ਇਹ ਰਾਜਾਸ਼ਾਹੀ ਭਾਰਤ ਸੀ। ਉਸ ਦਾ ਮੰਨਣਾ ਸੀ ਕਿ ਜੋ ਕੁਝ ਇਹਨਾਂ ਰਾਜਿਆਂ ਦੇ ਹਿੱਤ ਵਿੱਚ ਹੈ ਉਹ ਭਾਰਤ ਦੇ ਵੀ ਹਿੱਤ ਵਿੱਚ ਹੈ। ਇਸ ਸਮੇਂ ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਸਰਕਾਰ ਸੀ। ਪ੍ਰਧਾਨ ਮੰਤਰੀ ਕਲੇਮੈਂਟ ਐਟਲੀ ਸਨ। ਜਦੋਂ ਉਹਨਾਂ ਨੂੰ ਭਾਰਤ ਵਿੱਚ ਇਸ ਯੋਜਨਾ ਬਾਰੇ, ਨਹਿਰੂ ਦੀ ਪ੍ਰਤੀਕਿਰਿਆ ਬਾਰੇ ਪਤਾ ਲੱਗਾ ਤਾਂ ਉਸਨੇ ਮਾਊਂਟ ਬੈਟਨ ਨੂੰ ਲੰਡਨ ਬੁਲਾਇਆ। ਲੰਡਨ ਹਵਾਈ ਅੱਡੇ ਉੱਤੇ ਉਤਰਦੇ ਹੋਏ ਲਾਰਡ ਇਸਮਏ ਮਾਊਂਟ ਬੈਟਨ ਦੇ ਚੀਫ ਆਫ ਸਟਾਫ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਹਰ ਕੋਈ ਪਾਗਲ ਹੋ ਰਿਹਾ, ਉਹ ਨਹੀਂ ਜਾਣਦੇ ਕਿ ਤੁਸੀਂ ਕੀ ਕਰ ਰਹੇ ਹੋ ਤੇ ਯਕੀਨੀ ਨਹੀਂ ਕਿ ਤੁਸੀਂ ਅੱਗੋਂ ਕੀ ਕਰੋਗੇ। ਮਾਊਂਟ ਬੈਟਨ ਖਾਲੀ ਹੱਥ ਲੰਡਨ ਨਹੀਂ ਸੀ ਗਿਆ। ਉਸ ਕੋਲੇ ਭਾਰਤ ਲਈ ਨਵੀਂ ਯੋਜਨਾ ਦਾ ਖਰੜਾ ਸੀ। ਨਹਿਰੂ ਦਾ ਭਰੋਸਾ ਸੀ। ਇਸ ਨੂੰ ਨਹਿਰੂ ਦੇ ਭਰੋਸੇਮੰਦ ਸਹਿਯੋਗੀ ਕ੍ਰਿਸ਼ਨਾ ਮੈਨਨ ਦੁਆਰਾ ਤਿਆਰ ਕੀਤਾ ਗਿਆ ਸੀ। ਗੱਲ ਗੌਰ ਨਾਲ ਸੁਣਨ ਵਾਲੀ ਹੈ। ਸ਼ਿਮਲਾ ਛੱਡਣ ਸਮੇਂ ਨਹਿਰੂ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਨਵੀਂ ਯੋਜਨਾ ਨੂੰ ਕਾਂਗਰਸ ਵੱਲੋਂ ਮਨਜ਼ੂਰੀ ਦਿੱਤੀ ਜਾਊਗੀ। ਲੰਡਨ ਪਹੁੰਚ ਕੇ ਮਾਊਂਟ ਬੈਟਨ ਸਿੱਧਾ 10 ਡਾਊਨਗਨ ਸਟਰੀਟ ਤੇ ਚਲਾ ਗਿਆ। ਕਾਰ ਤੋਂ ਹੇਠਾਂ ਉਤਰਿਆ ਤੇ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਇਮਾਰਤ ਵਿੱਚ ਦਾਖਲ ਹੋਇਆ ਤੇ ਅੰਦਰ ਪ੍ਰਧਾਨ ਮੰਤਰੀ ਕਲੇਮੈਂਟ ਐਟਲੀ ਜਿਹੜੇ ਸੀਗੇ, ਉਹਨਾਂ ਦੇ ਨਾਲ ਸਰ ਸਟੈਫੋਰਡ ਕ੍ਰਿਪਸ ਅਤੇ ਲੇਬਰ ਸਰਕਾਰ ਦੇ ਹੋਰ ਮੈਂਬਰ ਭਾਰਤ ਦੇ ਮੁੱਦੇ ਨਾਲ ਜੁੜੇ ਹੋਏ ਸਨ। ਉਸ ਦਿਨ ਨੂੰ ਯਾਦ ਕਰਦਿਆਂ ਹੋਇਆ ਮਾਊਂਟ ਬੈਟਨ ਕਹਿੰਦਾ ਕਿ ਮੈਂ ਉੱਥੇ ਮਾਫੀ ਨਹੀਂ ਮੰਗੀ, ਨਾ ਹੀ ਕੋਈ ਸਪਸ਼ਟੀਕਰਨ ਦਿੱਤਾ। ਮੈਨੂੰ ਯਕੀਨ ਸੀ ਕਿ ਹੁਣ ਸਭ ਕੁਝ ਮੇਰੇ ਤੇ ਨਿਰਭਰ ਸੀ। ਇਹਨਾਂ ਲੋਕਾਂ ਨੂੰ ਉਹੀ ਕਰਨਾ ਪੈਂਦਾ ਜੋ ਮੈਂ ਆਖਦਾ ਹਾਂ। ਅਜਿਹਾ ਹੀ ਕੁਝ ਹੋਇਆ। ਮਾਊਂਟ ਬੈਟਨ ਦੀ ਯੋਜਨਾ ਨੂੰ ਬਿਨਾਂ ਕਿਸੇ ਬਦਲਾਅ ਦੇ ਮਨਜ਼ੂਰ ਕਰ ਦਿੱਤਾ ਗਿਆ। ਹੁਣ ਇਸ ਯੋਜਨਾ ਨੂੰ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਚਰਚਿਲ ਦੁਆਰਾ ਮਨਜ਼ੂਰੀ ਦਿੱਤੀ ਜਾਣੀ ਸੀ। 72 ਸਾਲਾਂ ਦਾ ਚਰਚਿਲ ਮੰਜੇ ਤੇ ਬੈਠਾ ਸੀਗਾ। ਮਾਊਂਟ ਬੈਟਨ ਕਮਰੇ 'ਚ ਰੱਖੀ ਕੁਰਸੀ ਤੇ ਬੈਠ ਗਿਆ ਤੇ ਬੋਲਣਾ ਸ਼ੁਰੂ ਕਰ ਦਿੱਤਾ। ਚਰਚਿਲ ਆਪਣੀਆਂ ਅੱਖਾਂ ਅੱਧੀਆਂ ਬੰਦ ਕਰਕੇ ਉਸ ਦੀ ਹਰ ਗੱਲ ਗੌਰ ਨਾਲ ਸੁਣ ਰਿਹਾ ਸੀ। ਮਾਊਂਟ ਬੈਟਨ ਨੇ ਭਾਰਤ ਤੇ ਬ੍ਰਿਟਿਸ਼ ਸਾਮਰਾਜ ਦੇ ਬਾਹਰ ਨਿਕਲਣ ਅਤੇ ਦੇਸ਼ ਦੇ ਕਿਸੇ ਹਿੱਸੇ ਨੂੰ ਸਾਮਰਾਜ ਨਾਲ ਨਾ ਰੱਖਣ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ। ਜਦੋਂ ਮਾਊਂਟ ਬੈਟਨ ਨੇ ਬੋਲਣਾ ਖਤਮ ਕੀਤਾ ਤਾਂ ਚਰਚਿਲ ਨੇ ਉਸ ਵੱਲ ਸ਼ੱਕ ਦੀ ਨਜ਼ਰ ਨਾਲ ਵੇਖਿਆ ਤੇ ਪੁੱਛਿਆ ਕਿ ਉਸ ਕੋਲ ਲਿਖਤੀ ਰੂਪ ਵਿੱਚ ਕੁਝ ਹੈ। ਤਾਂ ਮਾਊਂਟ ਬੈਟਨ ਨੇ ਕਿਹਾ ਕਿ ਉਸ ਕੋਲ ਜਵਾਹਰ ਲਾਲ ਨਹਿਰੂ ਦੀ ਇੱਕ ਚਿੱਠੀ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਾਂਗਰਸ ਸਹਿਮਤ ਹੋਏਗੀ। ਫਿਰ ਚਰਚਿਲ ਨੇ ਪੁੱਛਿਆ ਅਤੇ ਆਪਣੇ ਪੁਰਾਣੇ ਕਾਮਰੇਡ ਗਾਂਧੀ ਬਾਰੇ ਕੀ। ਜਵਾਬ ਵਿੱਚ ਮਾਊਂਟ ਬੈਟਨ ਨੇ ਮੰਨਿਆ ਕਿ ਇਸ ਵੇਲੇ ਗਾਂਧੀ ਨੂੰ ਸਮਝਣਾ ਔਖਾ ਆ, ਉਹ ਯੋਜਨਾ ਨੂੰ ਲਾਗੂ ਕਰਨ ਵਿੱਚ ਅੜਿੱਕਾ ਬਣ ਸਕਦਾ ਹੈ। ਚਰਚਿਲ ਮੰਜੇ ਤੋਂ ਉੱਠਿਆ ਅਤੇ ਕੁਝ ਦੇਰ ਸੋਚਦਾ ਰਿਹਾ ਤੇ ਕਿਹਾ ਕਿ ਜੇਕਰ ਭਾਰਤ ਦੀਆਂ ਸਾਰੀਆਂ ਪਾਰਟੀਆਂ ਇਸ ਯੋਜਨਾ ਲਈ ਸਹਿਮਤ ਨਹੀਂ ਤਾਂ ਉਹ ਅਤੇ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਸੰਸਦ ਵਿੱਚ ਐਟਲੀ ਸਰਕਾਰ ਦੇ ਨਾਲ ਨੇ। ਤਾਂ ਉਸ ਸਮੇਂ ਹਾਊਸ ਆਫ ਲਾਰਡਸ ਯਾਨੀ ਕਿ ਉੱਪਰਲੇ ਸਦਨ ਵਿੱਚ ਵਿਰੋਧੀ ਕੰਜ਼ਰਵੇਟਿਵ ਪਾਰਟੀ ਦਾ ਬਹੁਮਤ ਸੀ ਤੇ ਪਾਰਟੀ ਦਾ ਆਗੂ ਵਿੰਸਟਨ ਚਰਚਿਲ ਸੀ ਤੇ ਚਰਚਿਲ ਬ੍ਰਿਟਿਸ਼ ਸਾਮਰਾਜ ਦਾ ਸਮਰਥਕ ਸੀ। ਉਸਨੇ ਮਹਾਤਮਾ ਗਾਂਧੀ ਨੂੰ ਨੰਗਾ ਫਕੀਰ ਕਿਹਾ ਸੀਗਾ। ਉਸ ਅਨੁਸਾਰ ਭਾਰਤ ਦੇ ਲੋਕ ਦੇਸ਼ ਦਾ ਪ੍ਰਬੰਧ ਸੰਭਾਲਣ ਦੇ ਯੋਗ ਨਹੀਂ ਹੈ। ਜੇ ਚਰਚਿਲ ਇਸ ਯੋਜਨਾ ਦੇ ਵਿੱਚ ਸਹਿਮਤ ਨਾ ਹੁੰਦਾ ਤਾਂ ਇਹ ਬ੍ਰਿਟਿਸ਼ ਸੰਸਦ ਵਿੱਚ ਪਾਸ ਨਹੀਂ ਹੋ ਸਕਦਾ ਸੀ। ਚਰਚਿਲ ਦੇ ਇਨਕਾਰ ਦੇ ਨਾਲ ਸੰਸਦ ਵਿੱਚ ਭਾਰਤੀ ਸੁਤੰਤਰਤਾ ਬਿੱਲ ਪਾਸ ਹੋਣ ਵਿੱਚ 2 ਸਾਲ ਦੇਰੀ ਹੋਰ ਹੋ ਸਕਦੀ ਸੀ। ਤਾਂ ਇਸ ਤਰੀਕੇ ਇਤਿਹਾਸ ਦੇ ਵਿੱਚ 3 ਜੂਨ ਨੂੰ ਇੱਕ ਅਹਿਮ ਫੈਸਲਾ ਜਿਹੜਾ ਸੀ ਉਹ ਦੇ ਦਿੱਤਾ ਗਿਆ। ਜਵਾਹਰ ਲਾਲ ਨਹਿਰੂ ਦੀ ਵੀ ਸਹਿਮਤੀ ਸੀਗੀ, ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਦੀ ਵੀ ਸਹਿਮਤੀ ਸੀ,
ਔਰ ਫਿਰ ਬਾਅਦ 'ਚ ਅਸੀਂ ਦੇਖਿਆ ਕਿ 15 ਅਗਸਤ 1947 ਔਰ ਇੱਕ ਦਿਨ ਪਹਿਲਾਂ ਪਾਕਿਸਤਾਨ 14 ਅਗਸਤ 1947 ਨੂੰ ਬਣ ਗਿਆ। ਪਰ ਇੱਕ ਪਾਸੇ ਜਿੱਥੇ ਇਹ ਲੀਡਰ ਜਵਾਹਰ ਲਾਲ ਨਹਿਰੂ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਝੰਡਾ ਝੁਲਾ ਰਿਹਾ ਸੀ ਤੇ ਦੂਸਰੇ ਪਾਸੇ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਜੋ ਆ ਉਹ ਪਾਕਿਸਤਾਨ ਦੇ ਵਿੱਚ ਛਾਇਆ ਹੋਇਆ ਸੀਗਾ ਕਿ ਕੌਮ ਦਾ ਕਾਇਦ ਆਜ਼ਮ ਹੈ। ਪਰ ਅਫਸੋਸ ਇਹ ਦੋਨੇ ਲੀਡਰ ਬਿਲਕੁਲ ਇਸ ਗੱਲ ਨੂੰ ਭੁੱਲ ਬੈਠੇ ਸਨ ਕਿ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ, ਕਿਉਂਕਿ ਸਭ ਤੋਂ ਜ਼ਿਆਦਾ ਕੁਰਬਾਨੀਆਂ ਵੈਸੇ ਵੀ ਇਸ ਆਜ਼ਾਦੀ ਵਿੱਚ ਬੰਗਾਲੀਆਂ ਨੇ ਤੇ ਪੰਜਾਬੀਆਂ ਨੇ ਦਿੱਤੀਆਂ ਨੇ। ਬੰਗਾਲੀ ਤੇ ਪੰਜਾਬੀਆਂ ਦੀ ਸਭ ਤੋਂ ਵੱਧ ਕੁਰਬਾਨੀਆਂ, ਬਾਕੀ ਤਾਂ ਐਵੇਂ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋਏ ਆ। ਔਰ ਜਿਹੜੇ ਕਰੋੜਾਂ ਲੋਕ ਬੇਘਰ ਹੋਏ, ਲੱਖਾਂ ਲੋਕ ਮਾਰੇ ਗਏ, ਲੱਖ ਦੇ ਕਰੀਬ ਔਰਤਾਂ ਕੁੜੀਆਂ ਘਰਾਂ 'ਚੋਂ ਉਧਾੜ ਲਈਆਂ ਗਈਆਂ, ਫਿਰ ਉਹ ਕਦੇ ਆਪਣੇ ਘਰਾਂ 'ਚ ਨਹੀਂ ਪਰਤੀਆਂ। ਕਦੇ ਵਿਛੜੇ ਹੋਏ ਅੱਜ ਇੰਨੇ ਸਾਲ ਹੋ ਚੁੱਕੇ ਆ, 75 ਸਾਲ, ਅਜੇ ਵੀ ਉਹ ਰੋਂਦੇ ਆ, ਅਜੇ ਵੀ ਜ਼ਖਮ ਰਿਸਦੇ ਆ, ਅਜੇ ਵੀ ਹੌਂਕੇ ਤੇ ਹਾਵਾਂ ਬਜ਼ੁਰਗਾਂ ਦੀਆਂ ਅਸੀਂ ਦੇਖਦੇ ਹਾਂ। ਪਰ 3 ਜੂਨ ਦਾ ਇਹ ਕਾਲਾ ਦਿਨ ਨਹੀਂ ਸੀ ਪਤਾ ਕਿ ਉਹ ਕੁਛ ਦੇ ਜੂਗਾ ਜਿਸ ਨੂੰ ਪੰਜਾਬੀ ਕਦੇ ਵੀ ਰਹਿੰਦੀ ਦੁਨੀਆ ਤੱਕ ਨਹੀਂ ਭੁੱਲਣਗੇ। ਸੋ ਇੱਥੇ ਹੀ ਕਰਦੇ ਹਾਂ ਸਮਾਪਤੀ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 ਵੇ TV।